ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਰਾਜ ਦੇ ਵਿੱਚ ਬੜਾ ਦਿਮਾਗੀ, ਬੜਾ ਸਿਆਣਾ ਤੇ ਬੜਾ ਦਿਆਲੂ ਰਾਜਾ ਸ਼ਾਸਕ ਸੀ। ਪਰ ਉਸਦੇ ਕੋਈ ਸੰਤਾਨ ਨਹੀਂ ਸੀ। ਜਿਵੇਂ ਜਿਵੇਂ ਉਸਦੀ ਉਮਰ ਵੱਧ ਰਹੀ ਸੀ, ਉਸਨੂੰ ਅਗਲੇ ਉੱਤਰਾਧਿਕਾਰੀ ਦੀ ਇੰਨੀ ਚਿੰਤਾ ਹੋ ਰਹੀ ਸੀ ਕਿ ਉਸਨੇ ਇਲਾਕੇ ਦੇ ਵਿੱਚ ਨੇੜੇ ਤੇੜੇ ਦੇ ਰਾਜਾਂ ਦੇ ਵਿੱਚ ਵੀ ਕੋਈ ਵੈਦ ਹਕੀਮ ਨਹੀਂ ਸੀ ਛੱਡਿਆ। ਜਿਸ ਤੋਂ ਵੀ ਦਵਾਈ ਲੈਂਦਾ, ਦਵਾਈ ਦਾ ਕੋਈ ਸਿੱਟਾ ਨਹੀਂ ਸੀ ਨਿਕਲਦਾ। ਵਾਰ-ਵਾਰ ਉਸਨੇ ਯਤਨ ਕੀਤੇ, ਬਹੁਤ ਯਤਨ ਕੀਤੇ, ਪਰ ਅੰਤ ਦੇ ਵਿੱਚ ਉਸਨੇ ਫੈਸਲਾ ਕਰ ਲਿਆ ਕਿ ਉਹ ਆਪਣੇ ਹੀ ਰਾਜ ਦੇ ਕਿਸੇ ਯੋਗ ਨੌਜਵਾਨ ਦੇ ਹੱਥ ਆਪਦੇ ਰਾਜ ਦੀ ਵਾਂਗ ਡੋਰ ਸੌਂਪ ਦੇਵੇਗਾ। ਭਾਵ ਰਾਜ ਭਾਗ ਕਿਸੇ ਯੋਗ ਨੌਜਵਾਨ ਦੇ ਹੱਥ ਦੇ ਦੇਵੇਗਾ। ਇਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਆਪਾਂ ਇੱਥੇ ਇੱਕ ਪਰਿਯੋਜਨਾ ਰੱਖਦੇ ਹਾਂ, ਇੱਕ ਯੋਗਤਾ ਪ੍ਰੀਖਣ ਰੱਖਦੇ ਹਾਂ। ਇਸ ਦੇ ਤਹਿਤ ਉਹਨਾਂ ਨੇ ਰਾਜ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਮਹਿਲ ਦਾ ਨਿਰਮਾਣ ਕਰਵਾ ਲਿਆ। ਉਸ ਮਹਿਲ ਦੇ ਦਰਵਾਜ਼ੇ ਦੇ ਉੱਤੇ ਇੱਕ ਗਣਿਤ ਦਾ ਭਾਵ ਹਿਸਾਬ ਦਾ ਇੱਕ ਸਵਾਲ ਲਿਖ ਦਿੱਤਾ, ਅੰਕਿਤ ਕਰ ਦਿੱਤਾ। ਉਹ ਸਵਾਲ ਸਮੀਕਰਨ ਤੇ ਨਾਲ ਦੀ ਨਾਲ ਸਾਰੇ ਇਲਾਕੇ ਦੇ ਵਿੱਚ ਢੰਡੋਰਾ ਪਿਟਵਾ ਦਿੱਤਾ ਕਿ ਜੋ ਵੀ ਇਲਾਕੇ ਦਾ ਨੌਜਵਾਨ ਗਣਿਤ ਦੇ ਹਿਸਾਬ ਦੇ ਇਸ ਸਵਾਲ ਦਾ ਹੱਲ ਕਰ ਲਵੇਗਾ, ਉਹ ਅਗਲਾ ਰਾਜਾ ਹੋਵੇਗਾ। ਅਗਲੇ ਦਿਨ ਉੱਥੇ ਬਹੁਤ ਸਾਰੇ ਨੌਜਵਾਨ ਆ ਗਏ, ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਉਪਹਾਰ ਦੇ ਵਿੱਚ, ਗਿਫਟ ਦੇ ਵਿੱਚ ਉਹਨਾਂ ਨੂੰ ਇੱਕ ਸੁੰਦਰ ਮਹਿਲ ਮਿਲੇਗਾ ਤੇ ਨਾਲ ਦੀ ਨਾਲ ਉਹਨਾਂ ਨੂੰ ਰਾਜ ਭਾਗ ਮਿਲੇਗਾ। ਬਹੁਤ ਵੱਡਾ ਉੱਥੇ ਰਸ਼ ਹੋ ਗਿਆ, ਬਹੁਤ ਸਾਰੇ ਲੋਕ ਆ ਗਏ, ਨੌਜਵਾਨਾਂ ਦਾ ਉੱਥੇ ਤਾਂਤਾ ਲੱਗ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਨੌਜਵਾਨਾਂ ਨੇ ਦਰਵਾਜ਼ੇ ਦੇ ਉੱਤੇ ਅੰਕਿਤ ਜਿਹੜਾ ਹਿਸਾਬ ਦਾ ਉਹ ਸਵਾਲ ਸੀ, ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪ੍ਰਯਾਸ ਕਰਦੇ ਰਹੇ, ਪਰ ਕਿਸੇ ਤੋਂ ਵੀ ਉਹ ਸਵਾਲ ਹੱਲ ਨਹੀਂ ਹੋਇਆ। ਸਾਰੇ ਹੈਰਾਨ ਹੋ ਕੇ ਵਾਪਸ ਚਲੇ ਗਏ। ਅਗਲੇ ਦਿਨ ਕੁਝ ਆਏ, ਉਸ ਤੋਂ ਅਗਲੇ ਦਿਨ ਵੀ ਆਏ। ਭੀੜ ਨਹੀਂ ਟੁੱਟੀ, ਪਰ ਕਿਸੇ ਤੋਂ ਇਸ ਸਵਾਲ ਦਾ ਹੱਲ ਨਹੀਂ ਨਿਕਲਿਆ। ਹਰੇਕ ਬੰਦਾ ਅਸਫਲ ਹੋ ਕੇ ਘਰ ਵਾਪਸ ਜਾ ਰਿਹਾ ਸੀ। ਜਦੋਂ 15-20 ਦਿਨ ਨਿਕਲ ਗਏ ਤਾਂ ਰਾਜੇ ਦੀ ਚਿੰਤਾ ਹੋਰ ਵੀ ਵੱਧ ਗਈ। ਉਹ ਰਾਜੇ ਨੂੰ ਲੱਗਿਆ ਕਿ ਮੇਰੀ ਉਮਰ ਤੇ ਢਲ ਰਹੀ ਹੈ, ਪਰ ਮੈਨੂੰ ਕੋਈ ਚੰਗਾ ਨੌਜਵਾਨ ਨਹੀਂ ਮਿਲ ਰਿਹਾ, ਸੂਝਵਾਨ ਨਹੀਂ ਮਿਲ ਰਿਹਾ। ਉਸ ਤੋਂ ਬਾਅਦ ਉਸਨੇ ਗਵਾਂਢੀ ਰਾਜਾਂ ਦੇ ਵਿੱਚ ਵੀ ਇਹ ਘੋਸ਼ਣਾ ਕਰਵਾ ਦਿੱਤੀ ਕਿ ਕੋਈ ਤੇ ਆ ਕੇ ਇਸ ਸਵਾਲ ਦਾ ਹੱਲ ਕਰੇ। ਕਈ ਦਿਨ ਜਦੋਂ ਬੀਤ ਗਏ, ਦੂਜੇ ਰਾਜਾਂ ਦੇ ਲੋਕ ਆਉਂਦੇ ਪਰ ਮੁੜ ਜਾਂਦੇ। ਇੱਕ ਦਿਨ ਇੱਕ ਦੂਰ ਦੇ ਰਾਜ ਤੋਂ ਬਹੁਤ ਜ਼ਿਆਦਾ ਸਿਆਣੇ ਤੇ ਸੂਝਵਾਨ ਆਏ, ਉਹ ਵੀ ਨੌਜਵਾਨ ਸਨ। ਉਹ ਆ ਕੇ ਸਵਾਲ ਹੱਲ ਕਰਨ ਲੱਗੇ। ਸਵੇਰ ਤੋਂ ਲੈ ਕੇ ਸ਼ਾਮ ਪੈ ਗਈ, ਉਹਨਾਂ ਵਿੱਚੋਂ ਬਹੁਤੇ ਨਿਰਾਸ਼ ਹੋ ਕੇ ਵਾਪਸ ਚਲੇ ਗਏ। ਅੰਤ ਦੇ ਵਿੱਚ ਉਸ ਦਿਨ ਸਿਰਫ 3 ਲੋਕ ਰਹਿ ਗਏ। 2 ਗਵਾਂਢੀ ਰਾਜਾਂ ਦੇ ਸੀ ਤੇ ਇੱਕ ਉਸ ਰਾਜੇ ਦੇ ਆਪਣੇ ਰਾਜ ਦਾ ਛੋਟੀ ਉਮਰ ਦਾ 19-20 ਸਾਲ ਦਾ ਨੌਜਵਾਨ ਸੀ। ਰਾਜੇ ਨੇ ਦੇਖਿਆ ਉਹ 2 ਸੂਝਵਾਨ ਤਾਂ ਸਵਾਲ ਦਾ ਜਵਾਬ ਹੱਲ ਕਰ ਰਹੇ ਨੇ, ਉਹ ਕੁਛ ਨਾ ਕੁਛ ਪੰਨਿਆਂ ਦੇ ਉੱਤੇ ਲਿਖ ਰਹੇ ਨੇ, ਪੜ੍ਹ ਰਹੇ ਨੇ, ਪਰ ਜਿਹੜਾ ਉਹਦੇ ਆਪਦੇ ਰਾਜ ਦਾ ਛੋਟੀ ਉਮਰ ਦਾ 19-20 ਸਾਲ ਦਾ ਨੌਜਵਾਨ ਹੈ, ਉਹ ਉਹਨਾਂ ਦੋਵਾਂ ਨੂੰ ਦੇਖ ਰਿਹਾ ਹੈ। ਉਸਨੇ ਉਹਨੂੰ ਕੋਲ ਬੁਲਾਇਆ ਪਿਆਰ ਨਾਲ, ਕਹਿੰਦਾ, ਕਾਕਾ ਕੀ ਗੱਲ, ਤੂੰ ਇਸ ਸਵਾਲ ਦਾ, ਇਸ ਗਣਿਤ ਦੇ ਹਿਸਾਬ ਦੇ ਸਵਾਲ ਦਾ ਤੂੰ ਹੱਲ ਕਿਉਂ ਨਹੀਂ ਕਰ ਰਿਹਾ? ਇਹ ਤੇ ਸਮੀਕਰਨ ਹੱਲ ਕਰਨ ਦੇ ਵਿੱਚ ਲੱਗੇ ਹੋਏ ਨੇ। ਤਾਂ ਅੱਗੋਂ ਕਹਿੰਦਾ ਕਿ ਦੇਖੋ, ਇਹਨਾਂ ਦਾ ਹੱਕ ਹੈ, ਇਹ ਕਰ ਸਕਦੇ ਨੇ। ਜੇ ਕਰ ਜਾਣ ਹੱਲ ਤਾਂ ਆਪਾਂ ਨੂੰ ਇੱਕ ਸੂਝਵਾਨ ਰਾਜਾ ਮਿਲ ਜਾਵੇਗਾ, ਇੱਕ ਸੂਝਵਾਨ ਇਨਸਾਨ ਇਸ ਰਾਜ ਦਾ ਉੱਤਰਾਧਿਕਾਰੀ ਬਣ ਜਾਏਗਾ। ਸਾਡੇ ਲਈ ਖੁਸ਼ੀ ਦੀ ਗੱਲ ਹੋਵੇਗੀ। ਪਰ ਜੇ ਇਹ ਹੱਲ ਨਾ ਕਰ ਸਕੇ ਫਿਰ ਮੈਂ ਕੋਸ਼ਿਸ਼ ਕਰੂੰਗਾ। ਇੰਨੀ ਗੱਲ ਕਹਿ ਕੇ ਉਹ ਫਿਰ ਦੁਬਾਰਾ ਇੱਕ ਕੋਨੇ ਦੇ ਵਿੱਚ ਬੈਠ ਕੇ ਉਹਨਾਂ ਵੱਲ ਦੇਖਣ ਲੱਗਿਆ। ਰਾਜਾ ਉਸ ਦੀ ਗੱਲ ਤੋਂ ਬੜਾ ਹੈਰਾਨ ਹੋਇਆ ਕਿ ਇਹਦੇ ਵਿੱਚ ਇੰਨਾ ਜ਼ਿਆਦਾ ਜਜ਼ਬਾ ਕਿਵੇਂ ਹੈ। ਉਸ ਤੋਂ ਬਾਅਦ ਉਹ ਨੌਜਵਾਨਾਂ ਨੇ ਵੀ ਆਪਦੇ ਜਿਹੜੇ ਪੰਨੇ ਸੀ ਉਹ ਪਾੜ ਦਿੱਤੇ। ਨਿਰਾਸ਼ ਹੋ ਕੇ ਉਹ ਵਾਪਸ ਚਲੇ ਗਏ। ਸਾਰਾ ਦਿਨ ਮੱਥਾ ਮਾਰਨ ਤੋਂ ਬਾਅਦ ਵੀ ਉਹਨਾਂ ਦੇ ਦਿਮਾਗ ਵਿੱਚ ਇਹ ਸਵਾਲ ਘੁੰਮਦਾ ਰਿਹਾ ਕਿ ਇਹ ਐਸਾ ਸਵਾਲ ਆਇਆ ਕਿੱਥੋਂ ਆ ਜਿਹੜਾ ਕਿਸੇ ਤੋਂ ਹੱਲ ਨਹੀਂ ਹੋ ਰਿਹਾ। ਦੁਖੀ ਹੋ ਕੇ ਉਹ ਉੱਥੋਂ ਚਲੇ ਗਏ। ਪੂਰਾ ਪ੍ਰਯਾਸ ਕਰਨ ਤੋਂ ਬਾਵਜੂਦ ਵੀ ਉਹਨਾਂ ਤੋਂ ਸਮੀਕਰਨ ਹੱਲ ਨਹੀਂ ਸੀ ਹੋ ਰਿਹਾ। ਇਸ ਤੋਂ ਬਾਅਦ ਵਾਰੀ ਆਈ ਉਸ ਨੌਜਵਾਨ ਦੀ। 19-20 ਸਾਲ ਦਾ ਉਹ ਨੌਜਵਾਨ ਉੱਠਿਆ। ਉਹਨੇ ਕਾਪੀ ਨਹੀਂ ਫੜੀ, ਕੋਈ ਪੈਨ ਨਹੀਂ ਫੜਿਆ, ਕੋਈ ਪੰਨਾ ਨਹੀਂ ਫੜਿਆ, ਕੋਈ ਕਲਮ ਨਹੀਂ ਫੜੀ। ਉਹ ਗਿਆ, ਉਹਨੇ ਹੌਲੀ ਜਿਹੀ ਜਾ ਕੇ ਉਸ ਦਰਵਾਜ਼ੇ ਨੂੰ ਧੱਕਾ ਦੇ ਦਿੱਤਾ ਜਿਸ ਦੇ ਉੱਤੇ ਉਹ ਸਵਾਲ ਅੰਕਿਤ ਸੀ। ਜਿਵੇਂ ਹੀ ਉਹ ਧੱਕਾ ਦਿੱਤਾ, ਉਹ ਦਰਵਾਜ਼ਾ ਖੁੱਲ ਗਿਆ। ਦਰਵਾਜ਼ਾ ਖੁੱਲਦੇ ਹੀ ਲੋਕੀ ਹੈਰਾਨ ਹੋ ਗਏ।
ਉਹ ਨੌਜਵਾਨ ਨੇ ਉੱਤਰ ਦਿੱਤਾ, ਜਦੋਂ ਲੋਕਾਂ ਨੇ ਉਹਨੂੰ ਸਵਾਲ ਕੀਤਾ, ਕਹਿੰਦਾ ਜਦੋਂ ਮੈਂ ਬੈਠਾ ਲੋਕਾਂ ਨੂੰ ਦੇਖ ਰਿਹਾ ਸੀ ਨਾ ਗਣਿਤ ਦਾ ਸਮੀਕਰਨ ਹੱਲ ਕਰਦਿਆਂ, ਤੇ ਮੇਰੇ ਦਿਮਾਗ ਦੇ ਵਿੱਚ ਉਦੋਂ ਤੋਂ ਹੀ ਇਹ ਵਿਚਾਰ ਚੱਲ ਰਿਹਾ ਸੀ ਕਿ ਦਰਵਾਜ਼ਾ ਕਰਨ ਦਾ ਖੋਲਣ ਦਾ ਹੋ ਸਕਦਾ ਕੋਈ ਸਮੀਕਰਨ ਹੋਵੇ ਹੀ ਨਾ, ਹੋ ਸਕਦਾ ਹੈ ਸਿਰਫ ਧੱਕਾ ਦਿੱਤੇ ਹੀ ਖੁੱਲ ਜਾਵੇ। ਦਰਵਾਜ਼ਾ ਖੁੱਲ ਗਿਆ, ਇਹਦਾ ਕੋਈ ਸਮੀਕਰਨ ਨਹੀਂ ਸੀ। ਉਸ ਦਾ ਉੱਤਰ ਸੁਣ ਕੇ ਰਾਜਾ ਬੜਾ ਪ੍ਰਸੰਨ ਹੋਇਆ। ਉਸ ਦਾ ਜਜ਼ਬਾ ਵੇਖ ਕੇ ਉਹ ਬੜਾ ਪ੍ਰਸੰਨ ਹੋਇਆ ਕਿ ਇੰਨਾ ਦਿਮਾਗੀ ਬੰਦਾ ਵੀ ਹੈ ਜਿਹਨੇ ਨਵੇਂ ਢੰਗ ਨਾਲ ਸੋਚਿਆ, ਨਵੇਂ ਤਰੀਕੇ ਨਾਲ ਸੋਚਿਆ, ਜਿਹਨੇ ਸੋਚਿਆ ਕਿ ਜ਼ਰੂਰੀ ਤਾਂ ਨਹੀਂ ਕਿ ਕੰਮ ਔਖੇ ਤਰੀਕੇ ਨਾਲ ਹੋਵੇਗਾ, ਸੌਖੇ ਨਾਲ ਵੀ ਹੋ ਸਕਦਾ ਹੈ। ਉਸ ਨੌਜਵਾਨ ਨੂੰ ਉਸ ਰਾਜ ਦਾ ਉੱਤਰਾਧਿਕਾਰੀ ਘੋਸ਼ਿਤ ਕਰ ਦਿੱਤਾ ਗਿਆ, ਉਸਨੂੰ ਰਾਜ ਭਾਗ ਸੌਂਪ ਦਿੱਤਾ ਗਿਆ, ਨਵਾਂ ਮਹਿਲ ਵੀ ਉਸਨੂੰ ਸੌਂਪ ਦਿੱਤਾ ਗਿਆ। ਹੁਣ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਹੈ? ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਐਸੀਆਂ ਪ੍ਰਸਥਿਤੀਆਂ ਦੇ ਵਿੱਚ ਅਸੀਂ ਫਸ ਜਾਂਦੇ ਹਾਂ ਜਦੋਂ ਸਾਨੂੰ ਲੱਗਣ ਲੱਗ ਜਾਂਦਾ ਹੈ ਕਿ ਸਾਹਮਣੇ ਬਹੁਤ ਪਹਾੜ ਵਰਗੀ ਸਮੱਸਿਆ ਹੈ, ਮੁਸੀਬਤ ਹੈ, ਜਦ ਕਿ ਅਸਲ ਦੇ ਵਿੱਚ ਵਾਸਤਵ ਦੇ ਵਿੱਚ ਕੋਈ ਸਮੱਸਿਆ ਹੁੰਦੀ ਹੀ ਨਹੀਂ, ਜਾਂ ਹੁੰਦੀ ਹੈ ਤਾਂ ਬਹੁਤ ਛੋਟੀ ਹੁੰਦੀ ਹੈ। ਸਾਡੇ ਛੋਟੇ ਜਿਹੇ ਪ੍ਰਯਾਸ ਨਾਲ, ਸਾਡੇ ਛੋਟੇ ਜਿਹੇ ਯਤਨ ਦੇ ਨਾਲ ਉਹ ਉਲਝਣ ਤੋਂ ਬਾਹਰ ਆਇਆ ਜਾ ਸਕਦਾ ਹੈ। ਤੇ ਜਦੋਂ ਸਾਨੂੰ ਉਸ ਸਮੱਸਿਆ ਦਾ, ਉਸ ਉਲਝਣ ਦਾ ਹੱਲ ਮਿਲ ਜਾਂਦਾ ਹੈ, ਉਦੋਂ ਆਪਾਂ ਆਪ ਹੈਰਾਨ ਹੋ ਜਾਂਦੇ ਹਾਂ ਕਿ ਮੈਂ ਤਾਂ ਐਵੇਂ ਚਿੰਤਾ ਕਰੀ ਜਾਂਦਾ ਸੀ, ਮੈਂ ਐਵੇਂ ਟੈਨਸ਼ਨ ਚੱਕੀ ਹੋਈ ਸੀ, ਏਡੀ ਗੱਲ ਤਾਂ ਹੈ ਨਹੀਂ ਸੀ। ਇਹਦੇ ਬਾਰੇ ਸੋਚ ਸੋਚ ਕੇ ਮੈਂ ਪਤਾ ਨਹੀਂ ਕਿੰਨਾ ਕੁ ਸਮਾਂ ਬਰਬਾਦ ਕਰ ਦਿੱਤਾ, ਮੈਂ ਆਪਦੇ ਕਿੰਨੇ ਕੁ ਸਾਹ ਘੱਟ ਕਰ ਲਏ ਇਹਦੇ ਬਾਰੇ ਸੋਚ ਸੋਚ ਕੇ, ਮੈਂ ਕਿੰਨਾ ਕੁ ਖੂਨ ਸੁਕਾ ਲਿਆ ਆਪਦਾ ਇਹਦੇ ਬਾਰੇ ਸੋਚ ਸੋਚ ਕੇ, ਵਿਚਲਿਤ ਹੋ ਕੇ ਇਸ ਸਮੱਸਿਆ ਦੇ ਬਾਰੇ ਸੋਚਦਿਆਂ ਮੈਂ ਕਿੰਨੇ ਦਿਨ ਆਪਦੇ ਮਨ ਦੀ ਸ਼ਾਂਤੀ ਖਰਾਬ ਕਰੀ ਰੱਖੀ। ਪਰ ਇਹ ਤਾਂ ਛੋਟੀ ਜਿਹੀ ਗੱਲ ਸੀ। ਸੋ ਆਪਾਂ ਨਵੇਂ ਢੰਗ ਨਾਲ ਸੋਚਣਾ ਵੀ ਸ਼ੁਰੂ ਕਰੀਏ, ਨਾਲ ਦੀ ਨਾਲ ਫਾਲਤੂ ਦੀਆਂ ਜਿਹੜੀਆਂ ਚਿੰਤਾਵਾਂ ਆਪਾਂ ਲੈ ਕੇ ਤੁਰੇ ਫਿਰਦੇ ਹਾਂ ਉਹਨਾਂ ਤੋਂ ਵੀ ਆਪਾਂ ਨੂੰ ਪਾਸਾ ਕਰਨਾ ਚਾਹੀਦਾ ਹੈ। ਜੇ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਹੈ, ਜ਼ਰੂਰੀ ਨਹੀਂ ਉਹ ਪਹਾੜ ਵਰਗੀ ਹੋਵੇਗੀ ਜਿਹੜੀ ਲੱਗ ਰਹੀ ਹੈ, ਹੋ ਸਕਦਾ ਹੈ ਛੋਟੇ ਮੋਟੇ ਯਤਨ ਦੇ ਨਾਲ ਉਸ ਦਾ ਹੱਲ ਹੋ ਜਾਵੇ।